चमकौर साहब इलैक्शन की शुरुआत लई ਕਰਨ ਵਾਸਤੇ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਵਾਸਤੇ ਅਸੀਂ ਅਜੇ ਚੋਣ ਦੀ ਸ਼ੁਰੂਆਤ ਨਹੀਂ ਕੀਤੀ। ਪਹਿਲਾਂ ਅਸੀਂ ਅਖੰਡ ਪਾਠ ਕਰਾਉਣ ਵਾਸਤੇ ਅੱਜ ਸ਼ੁਰੂਆਤ ਕੀਤੀ ਹੈ। ਗੁਰੂ ਸਾਹਿਬ ਦੀ ਸਵਾਰੀ ਇੱਥੇ ਆਈ ਹੈ। ਮੇਰੇ ਇੱਥੇ 3 ਇਲੈਕਸ਼ਨ ਪਹਿਲਾਂ ਇੱਥੋਂ ਹੀ ਲੜੇ ਗਏ, ਇਹ ਚੌਥਾ ਇਲੈਕਸ਼ਨ ਹੈ। ਤਾਂ ਅਸੀਂ ਗੁਰੂ ਸਾਹਿਬ ਅੱਜ ਆਏ ਹੈ। ਗੁਰੂ ਗ੍ਰੰਥ ਸਾਹਿਬ ਦੇ ਰੱਬੀ ਬਾਣੀ ਦੇ ਅਖੰਡ ਪਾਠ शुरू होए है, परसों ਨੂੰ भोग पैणगे। अजे सारा धार्मिक काम है, उस तो बाद असी चोण की शुरुआत करांगे। पहला गुरु साहब का ओट आसरा लिया है, उस वास्ते अज असी इत्थे आए हैं परिवार समेत। सर केजरीवाल जी कह रहे हैं, कहते जी साडा सर्वे कह रहे हैं कि चरणजीत चन्नी चमकौर साहब तो इलैक्शन हार रहे हैं। केजरीवाल जी नूं मैं एक गल कहना चाहता है कि हर चीज़ दे कोई ना कोई मापदंड होंदे है, कोई तरीका होंदा है, तरीकेकार होंदा है। चोण और राजनीति दे विच भी कुछ परंपरावां होंदियां, कोई सभ्यता होंदी है, एक लाइन होंदी है, उसनूं पार नहीं करना चाहिदा। इन्हां ने पहला कई बार लाइन पार करी है और कई बार यह माफ़ी मंग के भज चुके है। गडकरी साहब नूं इन्हां ने झूठे इल्जाम लगा के चोण जितण की कोशिश की। इहदी आदत है पहला अगले ते बड़े बड़े इल्जाम लगाने, जद चोण खत्म हो जाती है बाद दे विच माफ़ी मंग के भज जांदे। ये पहली बार नहीं है। गडकरी साहब तो इन्हां ने माफ़ी मंगी, ऑन रिकॉर्ड है। अरुण जेतली ते माफ़ी मंगी, ऑन रिकॉर्ड है। विक्रम मजीठिए ते तुसीं दस रहे माफ़ी मंगी, ऑन रिकॉर्ड है। यार ये किद्दां दा बंदा है? कोई अणख पल्ले है कि नहीं? कोई शिष्टाचार, कोई सभ्याचार कोई पल्ले है कि नहीं? मैं उन्होंने फिर कहना है कि अपने आप ते काबू करो। राजनीति विच भी कोई आपसी या एक सभ्याचारक गल होंदी, एक मापदंड होंदे है, एक शिष्टाचार होंदा, एक कोई तरीकेकार होंदा है। बिना मतलब ते किसे ते इल्जाम लगाई जाने, ये कित्थे तक चलूगा? सर अरुण जेटली जी ने इन्हां नूं नोटिस दिता, कोर्ट केस उन्होंने किया, ये अरुण जेटली तो भी माफ़ी मांग गया, ये गडकरी साहब तो भी माफ़ी मांग। इन्हें इस तरह मेरी फोटो ला के ट्वीट नहीं पाया, इसने पाया है। इसने मैनू सीधा मेरी फोटो दे नाल ओहदे नाल मेरे नाम दे नाल पैसे पाए ਜਿਹੜੇ ਕਿ ਮੇਤੇ ਕਦੇ ਨਹੀਂ ਮਿਲੇ। ਮੇਰੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ। ਅਗਰ ਕੇਜਰੀਵਾਲ ਤੁਹਾਡੇ ਤੋਂ ਵੀ ਮਾਫੀ ਮੰਗਦੇ ਨੇ ਤਾਂ ਮਾਫੀ ਦਵੋਗੇ ਉਹਨਾਂ ਨੂੰ? ਉਹ ਯਾਰ ਕਿੰਨੇ ਕਿਤੇ ਮੰਨੇਗਾ, ਇਹੀ ਤਾਂ ਕਹਿ ਰਿਹਾ ਯਾਰ, सीधे रास्ते पर आ जा, क्यों झूठ बोली जा रहे हैं? कब तक आप इंटरफॉर्मेशन केस कर देंगे साहब? बस मैं अपनी पार्टी तो परमिशन मंगी, आ जाए तो मैं वकील चन्नी साहब साहब ਤੁਹਾਡੇ ਕੁਝ ਸਾਥੀ ਡਿਮਾਂਡ ਕਰ ਰਹੇ ਨੇ, ਕਹਿੰਦੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਜਾਏ। ਬ੍ਰਹਮ ਇੰਦਰਾ ਨੇ ਹਾਈ ਕਮਾਂਡ ਨੂੰ ਓਪਨ ਚਿੱਠੀ ਲਿਖਤੀ, ਹੋਰ ਵੀ ਬਹੁਤ ਸਾਰੇ ਰਹਿਣ ਦੇ। 3 ਮਹੀਨੇ ਬਣ ਕੇ ਹੀ ਬਹੁਤ ਕੁਝ ਪਾ ਲਿਆ ਯਾਰ, ਨੁਕਸਾਨ ਇੰਨਾ ਕਰ ਰਹੇ ਮੇਰਾ। ਮੈਨੂੰ ਮਰਵਾਉਣਾ ਹੁਣ ਤੁਸੀਂ ਨਾ ਲੋਕਾਂ ਤੇ, ਹੱਦ ਹੋ ਗਈ ਯਾਰ। ਸਰਵੇ ਹੋ ਰਹੇ ਨੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? 35 ਤੋਂ 40 ਸੀਟਾਂ ਕਾਂਗਰਸ ਦੀਆਂ ਔਰ ਆਮ ਆਦਮੀ ਪਾਰਟੀ ਦੀਆਂ ਦਿੱਤੀਆਂ ਜਾ ਰਹੀਆਂ। ਇਹ ਦੇਖੋ ਪਹਿਲਾਂ ਅਜੇ ਤਾਂ ਐਤਕੀ ਤਾਂ 35-40 ਦੇ ਰਹੇ ਆਮ ਆਦਮੀ ਨੂੰ, ਪਿਛਲੀ ਵਾਰੀ 100 ਦੇ ਰਹੇ ਸੀ। ਉਹ ਵੀ ਤਾਂ ਇਹਨਾਂ ਦਾ ਹੀ ਸਰਵੇ ਸੀ ਸਰਵੇ। ਪਿਛਲੀ ਵਾਰੀ ਸਾਰੇ ਪਿੰਡਾਂ ਵਿੱਚ ਵੋਟ ਚੁਪਕਾ ਤੇ 100 ਸੀਟਾਂ ਆ ਰਹੀਆਂ ਆਮ ਆਦਮੀ ਨੂੰ। ਕਿਹੜਾ ਝਾੜ ਆਇਆ? ਫਸਲ ਬਥੇਰੀ, ਕੁਝ ਨਹੀਂ ਆਉਣਾ ਇਹਨਾਂ ਪਾਸ। ਸਰ ਇੱਕ ਅਮਰ ਜੋਤੀ ਬੁਝਾਈ ਜਾ ਰਹੀ ਆ, ਅੱਜ ਇੰਡੀਆ ਗੇਟ ਤੇ ਅਮਰ ਜੋਤੀ ਜਲਾਈ ਜਾਂਦੀ ਸੀ, ਉਸ ਨੂੰ ਬੰਦ ਕਰਕੇ ਅੱਜ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾ ਰਿਹਾ। ਰਾਹੁਲ ਗਾਂਧੀ ਕਹਿ ਰਹੇ ਆ ਕਿ ਦੇਸ਼ ਭਗਤੀ ਦੇ ਨਾਂ ਤੇ ਦੇਸ਼ ਦੇ ਲੋਕਾਂ ਨਾਲ ਹੀ ਤਰੋ ਰਿਹਾ। ਉਹ ਯਾਰ ਕੀ ਕਰੀਏ ਹੁਣ, ਇਹਨਾਂ ਦਾ ਜਿਹੜੀ ਨੈਸ਼ਨਲ ਗੱਲ ਹੈ, ਨੈਸ਼ਨਲ ਦਾ ਜਵਾਬ ਹੈ। ਤੁਹਾਡਾ ਨਾਮ ਮਿਲਿਆ, ਤੁਸੀਂ ਕਿਹਦਾ ਨਾਮ ਰეკਮੈਂਡ ਕਰਦੇ ਹੋ? ਤੁਹਾਡੇ ਹਿਸਾਬ ਨਾਲ ਕੌਣ ਹੋਣਾ ਚਾਹੀਦਾ ਮੁੱਖ ਮੰਤਰੀ? ਮੈਂ ਤਾਂ ਕਹਿੰਦਾ ਪੰਜਾਬ ਦੇ ਲੋਕ ਜਿਹਨੂੰ ਚਾਹਣ ਉਹਨੂੰ ਬਣਾਉਣ। ਕਾਂਗਰਸ ਪਾਰਟੀ ਉਹਨਾਂ ਦੀ ਸੇਵਾ ਕਰੇਗੀ, ਜਿਹੜਾ ਇਹਨੂੰ ਚਿਹਰਾ ਮੂਹਰੇ ਰੱਖਣਾ ਚਾਹੁੰਦੇ ਉਹਨੂੰ ਪਰ ਰੱਖਣ। ਪੰਜਾਬ ਦੇ ਲੋਕ ਤਾਂ ਐਮਐਲਏ ਜਿਤਾਉਣਗੇ ਜੀ, ਐਮਐਲਏ ਨਹੀਂ ਸਿਲੈਕਟ ਕਰਨਾ ਨਾ ਕਿ ਸੀਐਮ ਸਾਡਾ ਮੈਂ ਤਾਂ ਕਹਿੰਦਾ ਐਮਐਲਏ ਕਰਨ ਜਾਂ ਪਾਰਟੀ ਨਾਮ ਦੇਵੇ। ਇਹ ਮਜੀਠੀਏ ਨੇ ਇਹਨੂੰ ਨੋਟਿਸ ਦਿੱਤਾ, ਅੰਮ੍ਰਿਤਸਰ ਕੋਰਟ ਵਿੱਚ ਬੁਲਾਇਆ, ਐਫੀਡੇਵਿਟ ਹੈ ਮੇਰੇ ਕੋਲ ਜਿਹੜੇ ਇਹਨਾਂ ਨੇ ਸਾਰਿਆਂ ਨੂੰ ਦਿੱਤੇ ਹੈ। ਫਿਰ ਬਾਅਦ ਦੇ ਵਿੱਚ ਐਫੀਡੇਵਿਟ ਦੇ ਕੇ ਮਾਫੀ ਮੰਗਦਾ ਹੈ। ਮੈਂ ਨਹੀਂ ਚਾਹੁੰਦਾ ਕਿ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੰਦਾ ਜਿਹੜਾ ਕੰਮ ਕਰ ਰਿਹਾ ਉਹ ਕੱਲ੍ਹ ਨੂੰ ਮੇਤੇ ਆਪੇ ਆ ਕੇ ਮਾਫੀ ਮੰਗੇ। ਲੇਕਿਨ ਇਹ ਹਰ ਹੱਦਾਂ ਨੂੰ ਪਾਰ ਕਰ ਰਿਹਾ। ਪਹਿਲਾਂ
ਮੈਂ ਇਹਨਾਂ ਨੂੰ ਇੰਨਾ ਕਿਹਾ ਕਿ ਜਿਹੜੇ ਬਾਹਰੋਂ ਬੰਦੇ ਆਉਂਦੇ ਕਾਲੇ ਅੰਗਰੇਜ਼ ਹੈ। ਇਹ ਕਹਿੰਦਾ ਕਿ ਇਹ ਮੈਨੂੰ ਕਾਲਾ ਕਹਿੰਦਾ, ਇਹਨੇ ਕਿਹਾ ਮੇਰੇ ਨਾਲ ਰਿਸ਼ਤਾ ਕਰਾਉਣਾ ਕਰਦਾ, ਸਾਡੀ ਧੀਆਂ ਭੈਣਾਂ ਨੂੰ ਪੈ ਗਿਆ। ਦੇਖੋ ਕਿੱਡੀ ਬੜੀ ਗੱਲ ਹੈ ਮੈਨੂੰ ਇਹ ਕਹਿਣਾ ਕਿ ਕਿਆ ਮੈਨੂੰ ਰਿਸ਼ਤਾ ਕਰਨਾ ਹੈ, ਤੂੰ ਮੈਨੂੰ ਕਾਲਾ ਅੰਗਰੇਜ਼ ਕਹਿੰਦਾ। ਕਿਸ ਤਰ੍ਹਾਂ ਮਾਫ ਕਰੀਏ, ਕਿੰਨਾ ਸੁਣੀ ਜਾਈਏ ਇਸ ਬੰਦੇ ਦੀ। ਮੈਂ ਫੇਰ ਕਹਿਣਾ ਯਾਰ ਤੂੰ ਸਤਿਕਾਰਯੋਗ ਹੈ ਨਾ, ਇਸ ਤਰ੍ਹਾਂ ਦੀਆਂ ਹਰਕਤਾਂ ਕਰ। ਹੁਣ ਕਿਆ ਹੈ, ਪੈਸੇ ਕਿਸੇ ਤੋਂ ਮਿਲੇ, ਰੇਡਾਂ ਕਿਸੇ ਦੇ ਹੋਈਆਂ, ਮੇਰੀ ਫੋਟੋ ਦੇ ਨਾਲ ਚੱਕ ਕੇ ਪੈਸਿਆਂ ਦੀ ਫੋਟੋ ਪਾ ਕੇ ਮੈਨੂੰ ਬੇਈਮਾਨ ਦੱਸ ਰਿਹਾ। ਇਹਦਾ ਭਤੀਜਾ 130 ਕਰੋੜ 'ਚ ਫੜ ਹੋਇਆ ਸੀ, ਇਹਨੇ ਆਪਣੇ ਨਾਲ ਉਹਦੀ ਫੋਟੋ ਪਾ ਕੇ ਆਪਣੇ ਆਪ ਨੂੰ ਬੇਈਮਾਨ ਦੱਸਿਆ। ਮੈਂ ਦੀ ਗਲਤੀ ਹੋ ਸਕਦੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਨਜ਼ਰ ਨਹੀਂ ਰੱਖ ਸਕਿਆ, ਲੇਕਿਨ ਮੇਰੇ ਨਾਲ ਕਿਆ ਹੈ, ਮੇਰੇ ਨਾਲ ਕਿਉਂ ਜੋੜ ਰਿਹਾ ਬਿਨਾ ਮਤਲਬ ਤੇ ਹਰ ਜਗ੍ਹਾ ਔਰ ਸੋਸ਼ਲ ਮੀਡੀਆ ਤੇ ਪੈਸਿਆਂ ਦੀ ਫੋਟੋ ਦੇ ਨਾਲ ਮੇਰੀ ਫੋਟੋ ਕਿਉਂ ਬਈ? ਹੋ ਗਿਆ ਮਾਫੀ ਵਾਲਾ ਐਫੀਡੇਵਿਟ, ਹੁਣ ਉਹ ਸਹੀ ਹੋ ਗਿਆ, ਤੁਸੀਂ ਇਹਦੇ ਕੰਨੀ ਤੇ ਕੈਂਡੀਡੇਟ ਬਣ ਕੇ ਖੜ ਗਏ। ਸੋ ਸਤਿਕਾਰਯੋਗ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਘਰ ਕੋਈ ਪੈਸਾ ਆਇਆ ਹੋਵੇ ਤਾਂ ਮੈਂ ਤੁਹਾਨੂੰ ਦੇਣਦਾਰ ਹਾਂ, ਮੈਂ ਕਿਤੇ ਪੈਸਾ ਲਿਆ ਹੋਵੇ ਤਾਂ ਮੈਂ ਦੇਣਦਾਰ ਹਾਂ। ਮੈਨੂੰ ਬਿਨਾਂ ਮਤਲਬ ਤੇ ਕਿਸੇ ਦੇ ਪੈਸਿਆਂ ਵਿੱਚ ਇਹ ਜਿਹੜਾ ਘਸੀਟ ਰਹੇ ਹੈ, ਇਹ ਬਿਲਕੁਲ ਫੇਅਰ ਨਹੀਂ ਹੈ, ਇਹ ਬਿਲਕੁਲ ਸਹੀ ਨਹੀਂ ਹੈ। ਇਹਨੂੰ ਆਦਤ ਹੈ, ਇਹਨਾਂ ਨੂੰ ਆਦਤ ਹੈ ਦੂਸਰੇ ਨੂੰ ਬਦਨਾਮ ਕਰਕੇ ਇਲੈਕਸ਼ਨ ਜਿੱਤ ਕੇ ਜਾਣ ਦੀ। ਪਿਛਲੀ ਵਾਰੀ ਵੀ ਨਹੀਂ ਲੋਕਾਂ ਨੇ ਚੱਲਿਆ, ਐਤਕੀ ਵੀ ਨਹੀਂ ਚੱਲਣਾ। ਪਹਿਲਾਂ ਇਹਨੇ ਆਪਣਾ ਨਾਮ ਪੂਰਾ ਚਲਾਇਆ, ਕੇਜਰੀਵਾਲ ਕੇਜਰੀਵਾਲ ਕੇਜਰੀਵਾਲ, ਜਦ ਪੰਜਾਬ 'ਚ ਕਿਤੇ ਪੈਰ ਨਹੀਂ ਲੱਗੇ, ਹੁਣ ਘੋੜਾ ਬਦਲ ਲਿਆ। ਇਸ ਕਰਕੇ ਰਾਜ ਇਹੀ ਬਾਹਰੋਂ ਆ ਕੇ ਕਰਨਾ ਚਾਹੁੰਦਾ ਹੈ, ਧੀਆਂ ਭੈਣਾਂ ਤੱਕ ਚਲੇ ਗਿਆ ਹੈ, ਬਦਨਾਮ ਕਰਨ ਤੱਕ ਚਲੇ ਗਿਆ ਹੈ। ਇਹ ਬਰਦਾਸ਼ਤ ਨਹੀਂ ਹੋ ਰਿਹਾ ਵੀਰੋ, ਤੁਸੀਂ ਸੰਭੋ ਇਸ ਗੱਲ ਨੂੰ। डेफमेशन कब तक कर देंगे? कब करेंगे डेफमेशन सर? और सिर्फ मैं अपनी पार्टी तो मंजूरी मंगी है, सिर्फ केजरीवाल ਮੈਨੂੰ ਕਾਹਦੇ ਵਾਸਤੇ ਘੜੀਸ ਰਿਹਾ ਹੈ? ਪੈਸੇ ਕਿਸੇ ਨੇ ਫੜੇ, ਕਿਸੇ ਦੇ ਫੜੇ, 10 ਜਗ੍ਹਾ ਪੰਜਾਬ ਦੇ ਵਿੱਚ ਰੇਡ ਹੋਈ, ਮੈਨੂੰ ਕਾਹਦੇ ਵਾਸਤੇ ਲਿੰਕ ਕਰ ਰਿਹਾ? ਜੇ ਮੇਰੇ ਤੋਂ ਪੈਸੇ ਫੜੇ ਹੁੰਦੇ ਤਾਂ ਈਡੀ ਮੈਨੂੰ ਚੱਕਦੀ, ਮੇਰੇ ਘਰ ਰੇਡ ਕਰਦੀ, ਮੈਨੂੰ ਗੱਲਾਂ ਕਰਦੀ, ਮੇਰੇ ਨਾਲ ਹੁੰਦੀ, ਮੇਰੇ ਪਰ ਹੁੰਦੀ ਗੱਲ। ਇਹਦੇ ਭਤੀਜੇ ਦੇ ਹੋਇਆ, ਇਹਦੇ ਕਹਿੰਦਾ ਜੀ ਮੇਰੇ ਤਾਂ 11 ਮਫਲਰ ਬਣੇ, ਤੇਰੇ ਭਤੀਜੇ ਦੇ 130 ਕਰੋੜ ਦਾ ਜਾਂ ਕਿੰਨੇ ਕਰੋੜ ਦਾ, ਕਿੰਨਾ ਪੈਸਾ ਮਿਲਿਆ, ਉਹਦਾ ਹਿਸਾਬ ਫਿਰ ਮੈਂ ਮੰਗਾਂਗਾ, ਇਹ ਕਿਆ ਮਤਲਬ? ਲੇਕਿਨ ਮੈਂ ਆਪਣੀ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਪਰਮਿਸ਼ਨ ਦਿਓ, ਮੈਂ ਇਹਦੇ ਤੇ ਮਾਨਹਾਨੀ ਦਾ ਦਾਅਵਾ ਕਰਨਾ, ਮੈਨੂੰ ਮਜਬੂਰਨ ਕਰਨਾ ਪੈ ਰਿਹਾ। ਮੈਂ ਪਹਿਲਾਂ ਨਹੀਂ ਮਾਨਹਾਨੀ ਦਾ ਕਰਿਆ, ਇਹਨੇ ਮੇਰੀ ਧੀਆਂ ਭੈਣਾਂ ਵਾਸਤੇ ਵੀ ਕਹਿ ਲਿਆ, ਮੈਂ ਜਦ ਨਹੀਂ ਬੋਲਿਆ। ਹੁਣ ਇਹ ਮੈਨੂੰ ਬੇਈਮਾਨ ਦੱਸ ਰਿਹਾ, ਸਿੱਧਾ ਲਿਖਿਆ ਇਹਨੇ ਆਪਣੀ ਫੇਸਬੁੱਕ ਤੇ ਕਿ ਜੀ ਇਹ ਬੇਈਮਾਨ ਬੰਦਾ ਹੈ, ਇਹ ਆਮ ਆਦਮੀ ਨਹੀਂ, ਇਹ ਬੇਈਮਾਨ ਹੈ। ਕਿੰਨਾ ਕੁ ਚੱਲੇਗਾ, ਕਿਸ ਤਰੀਕੇ ਨਾਲ ਕਰਨਗੇ? ਇਸ ਲਈ ਆਪਣੇ ਫਰਾਡ, ਮੇਰੀ ਗੱਲ ਸੁਣੋ, ਮੈਂ ਜਦ ਤੱਕ ਮੁੱਖ ਮੰਤਰੀ ਦਾ ਕੋਡ ਨਹੀਂ ਸੀ ਲੱਗਿਆ, ਮੇਰੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਹੋਏ ਸੀ। ਉਹ ਪੰਜਾਬ ਸਰਕਾਰ ਤੇ ਆ ਰਿਹਾ ਪੈਸਾ, ਗੋਆ ਦੇ ਵਿੱਚ ਇਹਦੇ ਸਭ ਜਗ੍ਹਾ ਉਹ ਲੱਗੇ ਹੋਏ ਆ ਬੈਨਰ। ਐਤਕੀ ਵਾਰ ਕੇਜਰੀਵਾਲ ਕਿੱਥੇ ਤੇ ਆ ਰਹੇ? ਉੱਤਰਾਖੰਡ 'ਚ ਲੱਗੇ ਹੋਏ, ਕਿੱਥੇ ਤੇ ਆ ਰਹੇ ਪੈਸੇ? ਮੈਂ ਤਾਂ ਆਪਣੇ ਘਰ ਦੇ ਮੂਹਰੇ ਨਹੀਂ ਲਾ ਸਕਿਆ। ਇਹ ਕੋਈ ਨਵੀਂ ਗੱਲ ਨਹੀਂ, ਅੱਜ ਦਿਖਾਉਣ ਵਾਸਤੇ ਨਹੀਂ ਹੈ, ਇਹ ਮੇਰਾ ਦਫ਼ਤਰ ਹੈ, ਅਜੇ ਤੱਕ ਹੋਰਡਿੰਗ ਨਹੀਂ ਲੱਗਿਆ ਬਾਹਰ। ਲੇਕਿਨ ਇਹ ਲੋਕ ਮੈਨੂੰ ਇਹ ਬਦਨਾਮ ਕਰ ਰਹੇ ਯਾਰ, ਜਿਹਦੇ ਪਾ ਆਪਣੇ ਇਲੈਕਸ਼ਨ ਲੜਨ ਵਾਸਤੇ ਪੈਸੇ ਨਹੀਂ ਹੈ। ਪੰਜਾਬ ਦਾ ਮੈਂ ਇਲੈਕਸ਼ਨ ਕਿੱਥੇ ਤੇ ਲੜਨਾ ਹੈ? ਮੈਨੂੰ ਕੋਈ ਕੈਂਡੀਡੇਟ ਡਿਕਲੇਅਰ ਕਰਤਾ ਪਾਰਟੀ ਨੇ। ਲੇਕਿਨ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੇਜਰੀਵਾਲ ਜੀ ਫੇਅਰ ਇਲੈਕਸ਼ਨ ਲੜੋ, ਝੂਠ ਪਰ ਇਲੈਕਸ਼ਨ ਨਾ ਖੜਾਓ। ਤੁਸੀਂ ਕਹਿਦਾ ਜੀ 21,59,000 ਸਾਡੇ ਕੋਲ ਕਾਲਾਂ ਰੋ ਆ ਗਈਆਂ, ਮੈਨੂੰ ਦਿਖਾ ਦਿਓ ਜਰਾ ਹਿਸਾਬ ਕਿਤਾਬ ਕਿੱਥੇ। ਅੱਜ ਗਾਂਧੀ ਜੀ ਦਾ ਇੱਕ ਟਵੀਟ ਆਇਆ ਕਿ 7,000 ਆਈਆਂ, ਉਹਨੇ ਕੋਈ RTI ਰਾਹੀਂ ਕਢਾ ਲਿਆ। ਯਾਰ ਕਿੱਦਾਂ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾਓਗੇ? ਤੁਸੀਂ ਕਹਿੰਦੇ ਹੋ ਕੋਈ ਬੰਦਾ ਸ਼ਰਾਬ ਛੱਡ ਕੇ ਭਗਤ ਸਿੰਘ ਬਣ ਜਾਏਗਾ, ਦੱਸੋ ਕਿਸ ਤਰ੍ਹਾਂ ਬਣ ਜਾਏਗਾ? ਕਹਿੰਦੇ ਜੀ ਪੰਜਾਬ ਵਾਸਤੇ ਕੁਰਬਾਨੀ ਕਰਤੀ, ਇੱਕ ਬੰਦਾ ਸ਼ਰਾਬ ਛੱਡ ਰਿਹਾ। ਕਿੱਥੇ ਛੱਡਤੀ ਫਿਰ ਉਹਨੇ ਸ਼ਰਾਬ? ਮਾਂ ਦੀ ਸਹੁੰ ਖਾ ਕੇ ਤਾਂ ਤੁਸੀਂ ਸ਼ਰਾਬ ਨਹੀਂ ਛੱਡਦੇ। ਆਮ ਬੰਦਿਆਂ 'ਚ ਤੁਸੀਂ ਕਿਸ ਤਰ੍ਹਾਂ ਜੀਓਗੇ? ਕਿਸ ਤਰ੍ਹਾਂ ਪੰਜਾਬ ਚਲਾਓਗੇ? ਕਿਆ ਸਟੇਜ ਚਲਾਉਣਾ
और सरकार चलानी बराबर हो गए। कब तक मैं फिर बेनती करना चाहता है कि यारो मेरे घर ਤਾਂ ਕੁਝ ਨਹੀਂ ਹੈ, ਨਾ ਮੇਰੇ ਘਰ ਤੇ ਕੁਝ ਮਿਲਿਆ, ਨਾ ਮੇਰੇ ਘਰ ਕੋਈ ਗੱਲ ਹੋਈ ਹੈ। ਮੈਨੂੰ ਮੇਰੇ ਜੇ ਹੁਣ ਕਿਸੇ ਦਾ ਮੁੰਡਾ ਨਸ਼ਾ ਕਰਨ ਲੱਗ ਜਾਵੇ ਤਾਂ ਬਾਪ ਨੂੰ ਸਜ਼ਾ ਦੇ ਦੇਣੀ ਹੈ। सीएम साहब जो सर्वे हो ਇੱਕ रही ਮਿੰਟ है, ਸਰ ਮੈਨੂੰ ਪੂਰੀ ਗੱਲ ਕਰ ਲੈਣ ਦਿਓ। ਇੱਕ ਮੁੰਡਾ ਨਸ਼ਾ ਕਰਨ ਲੱਗ ਗਿਆ ਤਾਂ ਬਾਪ ਨੂੰ ਮਾਰ ਦੇਣਾ ਹੈ। ਮੇਰਾ ਆਪਣੇ ਪਰਿਵਾਰ ਤੇ ਮੇਰਾ ਮੁੰਡਾ ਇੱਥੇ ਖੜਾ ਹੈ, ਮੇਰਾ ਦੂਸਰਾ ਮੁੰਡਾ ਖੜਾ ਹੈ, ਮੇਰੀ ਵਾਈਫ ਹੈ, ਮੇਰੇ ਪਰਿਵਾਰ ਦੇ ਵਿੱਚ ਪੈਸਾ ਕੋਈ ਆਇਆ ਹੋਵੇ ਤਾਂ ਮੈਨੂੰ ਸਜ਼ਾ ਦੇ ਦਿਓ, ਫਾਂਸੀ ਟੰਗ ਦਿਓ। ਮੈਂ ਇਲੈਕਸ਼ਨ ਹੀ ਨਹੀਂ ਲੜਦਾ। ਲੇਕਿਨ ਇਹ ਕੀ ਗੱਲ ਹੈ ਕਿ ਕਿਸੇ ਨੂੰ ਪੈਸਾ ਫੜਿਆ, ਕਿਸੇ ਦੇ ਘਰ ਤੇ ਫੜਿਆ, ਉਹਦਾ ਫਲੈਟ ਵੀ ਨਹੀਂ ਜਿੱਥੇ ਤੇ ਫੜਿਆ, ਫਿਰ ਮੈਨੂੰ ਕਾਹਦੇ ਵਾਸਤੇ ਵਿੱਚ ਘੜੀਸਿਆ ਜਾ ਰਿਹਾ? ਮੇਰੀਆਂ ਫੋਟੋਆਂ ਕਾਹਦੇ ਵਾਸਤੇ ਇਹ ਕੇਜਰੀਵਾਲ ਪਾਉਂਦਾ ਨਾਲ? ਮੈਨੂੰ ਇਹਦੇ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਇਹਦੇ ਪਰ ਮਾਨਹਾਨੀ ਦਾ ਦਾਅਵਾ ਕਰਨਾ ਪੈਣਾ ਹੈ। ਇਹ ਬੰਦਾ ਫਰਾਡ ਹੈ। ਹਰ ਕਿਸੇ ਨੂੰ ਇਲੈਕਸ਼ਨ ਦੇ ਵਿੱਚ ਜਿੱਦਣ ਤੱਕ ਇਲੈਕਸ਼ਨ ਚੱਲਦਾ ਉਦੋਂ ਤੱਕ ਬਦਨਾਮ ਕਰਦਾ, ਬਾਅਦ ਚ ਗੋਡੇ ਟੇਕ ਦਿੰਦਾ, ਮਾਫੀ ਮੰਗ ਲੈਂਦਾ। ਤੁਹਾਡੇ ਸਾਹਮਣੇ ਮਜੀਠੇ ਦੇ ਭੱਜੇ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਤੂੰ ਉਸ ਦਿਨ ਅਸਤੀਫਾ ਦੇਤਾ ਸੀ ਜਿਸ ਦਿਨ ਇਹਨੇ ਮਾਫੀ, ਸਾਰੇ ਉਤਰ ਗਏ। ਹੁਣ ਆਪਣੇ ਪੈਸਿਆਂ ਪਰ ਲੱਗਦੇ ਹੈ। ਜੇ ਮੇਰੇ ਪਾਸ ਇੰਨਾ ਹੀ ਪੈਸਾ ਹੋਵੇ ਤਾਂ ਮੇਰੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਹੋਏ ਹੋਣੀ ਸੀ। ਕਿਤੇ ਇੱਕ ਜਗ੍ਹਾ ਵੀ ਪੰਜਾਬ ਦੇ ਵਿੱਚ ਹੁਣ ਮੇਰਾ ਹੋਰਡਿੰਗ ਲੱਗਿਆ ਵਾ ਦਿਖਾਓ ਜਿਹੜਾ ਮੈਂ ਪਿਛਲੇ 15 ਦਿਨਾਂ ਚ ਲਗਾਇਆ ਹੋਵੇ। ਇਹ ਤਾਂ ਗੱਲ ਅੱਜ ਹੋਈ ਹੈ। ਜੇ ਮੇਰੇ ਪਾਸ ਇੰਨੇ ਪੈਸੇ ਹੁੰਦੇ ਜਾਂ ਹੋਣ ਤਾਂ ਮੈਂ ਸਾਰਾ ਪੰਜਾਬ ਆਪਣੇ ਹੋਰਡਿੰਗਾਂ ਨਾਲ ਭਰ ਦੇਣਾ ਤਾਂ ਆਪਣੀ ਮਸ਼ਹੂਰੀ ਕਰਨੀ ਸੀ। ਤੁਸੀਂ ਸਾਰੇ ਟੀਵੀਆਂ ਵਾਲੇ ਖੜੇ ਹੋ, ਮੈਨੂੰ ਕਿਸੇ ਇੱਕ ਆਪਣੇ ਚੈਨਲ ਤੇ ਦੱਸੋ ਮੇਰੀ ਅੱਜ ਦੀ ਤਰੀਕ 'ਚ ਐਡ ਚੱਲ ਰਹੀ ਹੈ ਜਿਹੜੀ ਮੈਂ ਪੈਸੇ ਦੇ ਕੇ ਲਵਾਈ ਹੋਵੇ। ਯਾਰ 15 ਦਿਨਾਂ 'ਚ ਮੈਂ 5 ਰੁਪਏ ਦੀ ਵੀ ਤੁਹਾਡੇ ਨੂੰ ਐਡ ਨਹੀਂ ਲਵਾ ਸਕਿਆ। ਤੁਹਾਡੇ ਕੋਲ ਮੇਰੇ ਕੋਲ ਪੈਸੇ ਹੀ ਨਹੀਂ ਹੈ, ਕਿੱਥੇ ਤੇ ਲਵਾਵਾਂ? ਮੇਰੇ ਹਲਕੇ 'ਚ ਜਾਓ, ਕਿਤੇ ਮੇਰਾ ਹੋਰਡਿੰਗ ਲੱਗਿਆ ਵਾ ਦੇਖੋ, ਮੈਂ ਉਹਦੇ ਤੇ ਇਲੈਕਸ਼ਨ ਲੜਨੀ ਹੈ। ਇੱਕ ਵੀ ਹੋਰਡਿੰਗ ਮੇਰਾ ਲੱਗਿਆ ਹੋਵੇ ਸਾਰੇ ਹਲਕੇ 'ਚ ਜਿਹੜਾ ਮੈਂ ਹੁਣ ਚੋਣ ਲੜ ਰਿਹਾ, ਤੁਸੀਂ ਮੈਨੂੰ ਵੋਟਾਂ ਪਾਓ, ਕਿਉਂਕਿ ਮੇਰੇ ਪਾਸ ਇੰਨੇ ਪੈਸੇ ਹੀ ਨਹੀਂ ਹੈ। ਜੇ ਲਵਾਉਣਗੇ ਤਾਂ ਲੋਕ ਲਵਾਉਣਗੇ। ਮੈਂ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਨੂੰ ਵੀ 200 ਕਰੋੜ ਰੁਪਏ ਦੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਵੇ ਤੇਰੇ, ਕਿੱਥੇ ਤੇ ਆਇਆ? ਸਾਰੀਆਂ ਟੀਵੀ ਚੈਨਲਾਂ ਤੇ ਤੇਰੀ ਅੱਜ ਐਡ ਚੱਲ ਰਹੀ ਹੈ। ਸਰਕਾਰ ਚਲਾ ਨਹੀਂ ਸਕਦੀ ਕਿਉਂਕਿ ਇਲੈਕਸ਼ਨ ਕੋਡ ਲੱਗਿਆ ਵਾ। ਤੇਰੀ ਸਰਕਾਰ ਪੈਸਾ ਨਹੀਂ ਦੇ ਸਕਦੀ ਦਿੱਲੀ ਦੀ। ਇਹ ਪੈਸਾ ਕਿੱਥੇ ਤੇ ਆ ਰਿਹਾ? ਕਿੰਨਾ ਪੈਸਾ ਤੇਰੇ ਕੋਲ? ਕਿੱਥੇ ਤੇ ਆ ਰਹੇ ਤੇਰੇ ਪੈਸੇ? ਕਿੱਥੇ ਦੇ ਤੇਰੇ ਹੋਰਡਿੰਗ ਲੱਗ ਰਹੇ? ਕਿੱਥੇ ਦੇ ਪ੍ਰਚਾਰ ਚੱਲ ਰਿਹਾ? ਸਾਡੇ ਪੰਜਾਬ ਦੇ ਜਿਹੜਿਆਂ ਨੂੰ ਤੈਂ ਉਹ ਦਿੱਤੀ ਹੈ ਟਿਕਟ ਦਿੱਤੀ, ਉਹ ਤਾਂ ਖਰਚਾ ਨਹੀਂ ਕਰ ਰਿਹਾ ਜੀ। ਸ਼ਾਇਦ ਉਹਨਾਂ ਪਾਸ ਇੰਨਾ ਹੋਵੇ ਵੀ ਨਾ ਤੇਰੇ ਜਿੰਨਾ, ਲੇਕਿਨ ਤੁਸੀਂ ਕਿੱਥੇ ਦੇ ਲਿਆ ਰਹੇ ਹੋ? ਇਸ ਗੱਲ ਦਾ ਕੋਈ ਜਵਾਬ ਹੈ? 200 ਕਰੋੜ ਰੁਪਏ ਦੇ ਹੋਰਡਿੰਗ ਲੱਗੇ ਹੋਏ ਪੰਜਾਬ ਦੇ ਵਿੱਚ, ਤੁਸੀਂ ਦੇਖੋ ਸਾਰੇ ਟੀਵੀ ਚੈਨਲਾਂ ਤੇ ਐਡ ਚੱਲ ਰਹੀ ਹੈ। ਇਸ ਵਾਰ ਕੇਜਰੀਵਾਲ ਜਿਸ ਦਿਨ ਆਚਾਰ ਸੰਹਿਤਾ ਲੱਗੀ ਮੇਰੇ ਸਾਰੇ ਉਤਰ ਗਏ। ਹੁਣ ਆਪਣੇ ਪੈਸਿਆਂ ਪਰ ਲੱਗਦੇ ਆ। ਜੇ ਮੇਰੇ ਪਾਸ ਇੰਨਾ ਹੀ ਪੈਸਾ ਹੋਵੇ ਤਾਂ ਮੇਰੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੀ ਹੋਈ ਸੀ। ਕਿਤੇ ਇੱਕ ਜਗ੍ਹਾ ਵੀ ਪੰਜਾਬ ਦੇ ਵਿੱਚ ਹੁਣ ਮੇਰਾ ਹੋਰਡਿੰਗ ਲੱਗਿਆ ਵਾ ਦਿਖਾਓ ਜਿਹੜਾ ਮੈਂ ਪਿਛਲੇ 15 ਦਿਨਾਂ ਚ ਲਗਾਇਆ ਹੋਵੇ। ਇਹ ਤਾਂ ਗੱਲ ਅੱਜ ਹੋਈ ਹੈ। ਜੇ ਮੇਰੇ ਪਾਸ ਇੰਨੇ ਪੈਸੇ ਹੁੰਦੇ ਜਾਂ ਹੋਣ ਤਾਂ ਮੈਂ ਸਾਰਾ ਪੰਜਾਬ ਆਪਣੇ ਹੋਰਡਿੰਗਾਂ ਨਾਲ ਭਰ ਦੇਣਾ ਤਾਂ ਆਪਣੀ ਮਸ਼ਹੂਰੀ ਕਰਨੀ ਸੀ। ਤੁਸੀਂ ਸਾਰੇ ਟੀਵੀ ਵਾਲੇ ਖੜੇ ਹੋ, ਮੈਨੂੰ ਕਿਸੇ ਇੱਕ ਆਪਣੇ ਚੈਨਲ ਤੇ ਦੱਸੋ ਮੇਰੀ ਅੱਜ ਦੀ ਤਰੀਕ ਤੇ ਐਡ ਚੱਲ ਰਹੀ ਹੈ ਜਿਹੜੀ ਮੈਂ ਪੈਸੇ ਦੇ ਕੇ ਲਵਾਈ ਹੋਵੇ। ਯਾਰ 15 ਦਿਨਾਂ 'ਚ ਮੈਂ 5 ਰੁਪਏ ਦੀ ਤੁਹਾਡੇ ਨੂੰ ਐਡ ਨਹੀਂ ਲਵਾ ਸਕਿਆ। ਤੁਹਾਡੇ ਮੇਰੇ ਕੋਲ ਪੈਸੇ ਹੀ ਨਹੀਂ ਹੈ, ਕਿੱਥੇ ਤੇ ਲਵਾਵਾਂ? ਮੇਰੇ ਹਲਕੇ 'ਚ ਜਾਓ, ਕਿਤੇ ਮੇਰਾ ਹੋਰਡਿੰਗ ਲੱਗਿਆ ਹੋਇਆ ਦੇਖੋ, ਮੈਂ ਉਹਦੇ ਤੇ ਇਲੈਕਸ਼ਨ ਲੜਨੀ ਹੈ। ਇੱਕ ਵੀ ਹੋਰਡਿੰਗ ਮੇਰਾ ਲੱਗਿਆ ਹੋਵੇ ਸਾਰੇ ਹਲਕੇ 'ਚ ਜਿਹੜਾ ਮੈਂ ਹੁਣ ਚੋਣ ਲੜ ਰਿਹਾ, ਤੁਸੀਂ ਮੈਨੂੰ ਵੋਟਾਂ ਪਾਓ, ਕਿਉਂਕਿ ਮੇਰੇ ਪਾਸ ਇੰਨੇ ਪੈਸੇ ਹੀ ਨਹੀਂ। ਜੇ ਲਵਾਉਣਗੇ ਤਾਂ ਲੋਕ ਲਵਾਉਣਗੇ। ਮੈਂ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਨੂੰ ਵੀ 200 ਕਰੋੜ ਰੁਪਏ ਦੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੀ ਵੀ ਤੇਰੇ, ਕਿੱਥੇ ਤੇ ਆਇਆ? ਸਾਰੀਆਂ ਟੀਵੀ ਚੈਨਲਾਂ ਤੇ ਤੇਰੀ ਅੱਜ ਐਡ ਚੱਲ ਰਹੀ ਹੈ। ਸਰਕਾਰ ਚਲਾ ਨਹੀਂ ਸਕਦੀ ਕਿਉਂਕਿ ਇਲੈਕਸ਼ਨ ਕੋਡ ਲੱਗਿਆ ਵਾ। ਤੇਰੀ ਸਰਕਾਰ ਪੈਸਾ ਨਹੀਂ ਦੇ ਸਕਦੀ ਦਿੱਲੀ ਦੀ। ਇਹ ਪੈਸਾ ਕਿੱਥੇ ਤੇ ਆ ਰਿਹਾ? ਕਿੰਨਾ ਪੈਸਾ ਤੇਰੇ ਕੋਲ? ਕਿੱਥੇ ਤੇ ਆ ਰਹੇ ਤੇਰੇ ਪੈਸੇ? ਕਿੱਥੇ ਦੇ ਤੇਰੇ ਹੋਰਡਿੰਗ ਲੱਗ ਰਹੇ? ਕਿੱਥੇ ਦੇ ਪ੍ਰਚਾਰ ਚੱਲ ਰਿਹਾ? ਸਾਡੇ ਪੰਜਾਬ ਦੇ ਜਿਹੜਿਆਂ ਨੂੰ ਤੈਂ ਉਹ ਦਿੱਤੀ ਹੈ ਟਿਕਟ ਦਿੱਤੀ, ਉਹ ਤਾਂ ਖਰਚਾ ਨਹੀਂ ਕਰ ਰਹੇ। ਸ਼ਾਇਦ ਉਹਨਾਂ ਪਾਸ ਇੰਨਾ ਹੋਵੇ ਵੀ ਨਾ ਤੇਰੇ ਜਿੰਨਾ, ਲੇਕਿਨ ਤੁਸੀਂ ਕਿੱਥੇ ਦੇ ਲਿਆ ਰਹੇ ਹੋ? ਇਸ ਗੱਲ ਦਾ ਕੋਈ ਜਵਾਬ ਹੈ? 200 ਕਰੋੜ ਰੁਪਏ ਦੇ ਹੋਰਡਿੰਗ ਲੱਗੇ ਹੋਏ ਪੰਜਾਬ ਦੇ ਵਿੱਚ, ਤੁਸੀਂ ਦੇਖੋ
ਸਾਰੇ ਟੀਵੀ ਚੈਨਲਾਂ ਤੇ ਐਡ ਚੱਲ ਰਹੀ ਹੈ। ਇਸ ਵਾਰ ਕੇਜਰੀਵਾਲ ਕੇ ਕਿਆ ਕਿਆ ਗੱਲਾਂ ਲਿਖ ਕੇ ਪਾ ਰਿਹਾ ਜਾਂ ਸਟੋਰੀਆਂ ਪਾ ਰਿਹਾ, ਇਹ ਕਿੱਥੇ ਤੇ ਆ ਰਿਹਾ ਪੈਸਾ? ਗੋਆ ਦੇ ਵਿੱਚ ਇਹਦੇ ਸਭ ਜਗ੍ਹਾ ਉਹ ਲੱਗੇ ਹੋਏ ਆ ਬੈਨਰ, ਐਤਕੀ ਵਾਰ ਕੇਜਰੀਵਾਲ। ਕਿੱਥੇ ਤੇ ਆ ਰਹੇ? ਉੱਤਰਾਖੰਡ 'ਚ ਲੱਗੇ ਹੋਏ, ਕਿੱਥੇ ਤੇ ਆ ਰਹੇ ਪੈਸੇ? ਮੈਂ ਤਾਂ ਆਪਣੇ ਘਰ ਦੇ ਬੂਹਰੇ ਨਹੀਂ ਲਾ ਸਕਿਆ। ਇਹ ਕੋਈ ਨਵੀਂ ਗੱਲ ਹੀ ਨਹੀਂ, ਅੱਜ ਦਿਖਾਉਣ ਵਾਸਤੇ ਨਹੀਂ ਹੈ। ਇਹ ਮੇਰਾ ਦਫ਼ਤਰ ਹੈ, ਅਜੇ ਤੱਕ ਹੋਰਡਿੰਗ ਨਹੀਂ ਲੱਗਿਆ ਬਾਹਰ। ਇਹ ਲੋਕ ਮੈਨੂੰ ਇਹ ਬਦਨਾਮ ਕਰ ਰਹੇ ਯਾਰ। ਇਹਦੇ ਪਾ ਆਪਣੇ ਇਲੈਕਸ਼ਨ ਲੜਨ ਵਾਸਤੇ ਪੈਸੇ ਨਹੀਂ ਹੈ। ਪੰਜਾਬ ਦਾ ਮੈਂ ਇਲੈਕਸ਼ਨ ਕਿੱਥੇ ਤੇ ਲੜਨਾ ਹੈ? ਮੈਨੂੰ ਕੋਈ ਕੈਂਡੀਡੇਟ ਡਿਕਲੇਅਰ ਕਰਤਾ ਪਾਰਟੀ ਨੇ। ਲੇਕਿਨ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੇਜਰੀਵਾਲ ਜੀ ਫੇਰ ਇਲੈਕਸ਼ਨ ਲੜੋ, ਝੂਠ ਪਰ ਇਲੈਕਸ਼ਨ ਨਾ ਖੜਾਓ। ਤੁਸੀਂ ਕਹਿੰਦਾ ਜੀ 21,59,000 ਸਾਡੇ ਕੋਲ ਕਾਲਾਂ ਉਹ ਆ ਗਈਆਂ। ਮੈਨੂੰ ਦਿਖਾ ਦਿਓ ਜਿਹੜਾ ਹਿਸਾਬ ਕਿਤਾਬ ਕਿੱਥੇ। ਅੱਜ ਗਾਂਧੀ ਜੀ ਦਾ ਇੱਕ ਟਵੀਟ ਆਇਆ ਕਿ 7,000 ਆਈਆਂ, ਉਹਨੇ ਕੋਈ RTI ਰਾਹੀਂ ਕਢਾ ਲਏ। ਫਿਰ ਕਿੱਦਾਂ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾਓਗੇ? ਤੁਸੀਂ ਕਹਿੰਦੇ ਹੋ ਕੋਈ ਬੰਦਾ ਸ਼ਰਾਬ ਛੱਡ ਕੇ ਭਗਤ ਸਿੰਘ ਬਣ ਜਾਏਗਾ, ਦੱਸੋ ਕਿਸ ਤਰ੍ਹਾਂ ਬਣ ਜਾਏਗਾ? ਕਹਿੰਦੇ ਜੀ ਪੰਜਾਬ ਵਾਸਤੇ ਕੁਰਬਾਨੀ ਕਰਤੀ, ਇੱਕ ਬੰਦਾ ਸ਼ਰਾਬ ਛੱਡ ਦੇ। ਕਿੱਥੇ ਛੱਡ ਕੇ ਕਰੋਗੇ ਸ਼ਰਾਬ? ਮਾਂ ਦੀ ਸਹੁੰ ਖਾ ਕੇ ਤਾਂ ਤੁਸੀਂ ਸ਼ਰਾਬ ਨਹੀਂ ਛੱਡਦੇ। ਆਮ ਬੰਦਿਆਂ 'ਚ ਤੁਸੀਂ ਕਿਸ ਤਰ੍ਹਾਂ ਜੀਓਗੇ? ਕਿਸ ਤਰ੍ਹਾਂ ਕਿ 7,000 ਆਈਆਂ, ਉਹਨੇ ਕੋਈ RTI ਰਾਹੀਂ ਕਢਾ ਲਏ। ਫਿਰ ਕਿੱਦਾਂ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾਓਗੇ? ਤੁਸੀਂ ਕਹਿੰਦੇ ਹੋ ਕੋਈ ਬੰਦਾ ਸ਼ਰਾਬ ਛੱਡ ਕੇ ਭਗਤ ਸਿੰਘ ਬਣ ਜਾਏਗਾ, ਦੱਸੋ ਕਿਸ ਤਰ੍ਹਾਂ ਬਣ ਜਾਏਗਾ? ਕਹਿੰਦੇ ਜੀ ਪੰਜਾਬ ਵਾਸਤੇ ਕੁਰਬਾਨੀ ਕਰਤੀ, ਇੱਕ ਬੰਦਾ ਸ਼ਰਾਬ ਛੱਡ ਦੇ। ਕਿੱਥੇ ਛੱਡ ਕੇ ਕਰੋਗੇ ਸ਼ਰਾਬ? ਮਾਂ ਦੀ ਸਹੁੰ ਖਾ ਕੇ ਤਾਂ ਤੁਸੀਂ ਸ਼ਰਾਬ ਨਹੀਂ ਛੱਡਦੇ। ਆਮ ਬੰਦਿਆਂ 'ਚ ਤੁਸੀਂ ਕਿਸ ਤਰ੍ਹਾਂ ਜੀਓਗੇ? ਕਿਸ ਤਰ੍ਹਾਂ ਪੰਜਾਬ ਚਲਾਓਗੇ? क्या स्टेज चलाना और सरकार चलानी बराबर हो गए? सर कब तक मैं डेफर्मेशन फिर बेनती करना चाहूंगा कि यार क्यों आई ना मेरे घर से कुछ मिले ना मेरे घर कोई गल हुई है। मनु मेरे जे ਹੁਣ ਕਿਸੇ ਦਾ ਮੁੰਡਾ ਨਸ਼ਾ ਕਰਨ ਲੱਗ ਜਾਵੇ ਤਾਂ ਬਾਪ ਨੂੰ ਸਜ਼ਾ ਦੇਵੇ ਨਹੀਂ। सीएम साहब जो सर्वे हो रहे ने ਇੱਕ ਮੁੰਡਾ ਨਸ਼ਾ ਕਰਨ ਲੱਗ ਗਿਆ ਤਾਂ ਬਾਪ ਨੂੰ ਮਾਰ ਦੇਣਾ। ਮੇਰਾ ਆਪਣੇ ਪਰਿਵਾਰ ਤੇ ਮੇਰਾ ਮੁੰਡਾ ਇੱਥੇ ਖੜਾ ਹੈ, ਮੇਰਾ ਦੂਸਰਾ ਮੁੰਡਾ ਖੜਾ ਹੈ, ਮੇਰੀ ਵਾਈਫ ਹੈ। ਮੇਰੇ ਪਰਿਵਾਰ ਦੇ ਵਿੱਚ ਪੈਸਾ ਕੋਈ ਆਇਆ ਹੋਵੇ ਤਾਂ ਮੈਨੂੰ ਸਜ਼ਾ ਦੇ ਕੇ ਫਾਂਸੀ ਟੰਗ ਦਿਓ। ਮੈਂ ਇਲੈਕਸ਼ਨ ਹੀ ਨਹੀਂ ਲੜਦਾ। ਲੇਕਿਨ ਇਹ ਕੀ ਗੱਲ ਹੈ ਕਿ ਕਿਸੇ ਨੂੰ ਪੈਸਾ ਫੜਿਆ, ਕਿਸੇ ਦੇ ਘਰ ਤੇ ਫੜਿਆ, ਉਹਦਾ ਫਲੈਟ ਵੀ ਨਹੀਂ ਜਿੱਥੇ ਦੇ ਫੜਿਆ, ਫਿਰ ਮੈਨੂੰ ਕਾਹਦੇ ਵਾਸਤੇ ਵਿੱਚ ਘੜੀਸਿਆ ਜਾ ਰਿਹਾ? ਮੇਰੀਆਂ ਪੂਰਾ ਕਾਹਦੇ ਵਾਸਤੇ ਕੇਜਰੀਵਾਲ ਪਾਉਂਦਾ ਨਾਲ? ਮੈਨੂੰ ਇਹਦੇ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਇਹਦੇ ਪਰ ਮਾਨਹਾਨੀ ਦਾ ਦਾਅਵਾ ਕਰਨਾ ਪੈਣਾ। ਇਹ ਬੰਦਾ ਫਰਾਡ ਹੈ। ਹਰ ਕਿਸੇ ਨੂੰ ਇਲੈਕਸ਼ਨ ਦੇ ਵਿੱਚ ਜਿੱਦਣ ਤੱਕ ਇਲੈਕਸ਼ਨ ਚੱਲਦਾ ਉਦੋਂ ਤੱਕ ਬਦਨਾਮ ਕਰਦਾ, ਬਾਅਦ ਚ ਗੋਡੇ ਟੇਕ ਦਿੰਦਾ, ਮਾਫੀ ਮੰਗ ਲੈਂਦਾ। ਤੁਹਾਡੇ ਸਾਹਮਣੇ ਮਜੀਠੇ ਦੇ ਪਿੰਜੇ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਤੂੰ ਉਸ ਦਿਨ ਅਸਤੀਫਾ ਦੇਤਾ ਸੀ ਜਿਸ ਦਿਨ ਇਹਨੇ ਮਾਫੀ ਮੰਗੀ ਹੈ, ਹੁਣ ਉਹ ਤੋਂ ਹੋ ਗਿਆ ਮਾਫੀ ਵਾਲਾ ਐਫੀਡੇਵਿਟ, ਹੁਣ ਉਹ ਸਹੀ ਹੋ ਗਿਆ? ਤੁਸੀਂ ਇਹਦੇ ਕੰਨੀ ਤੇ ਕੈਂਡੀਡੇਟ ਬਣ ਕੇ ਖੜ ਗਏ। तो सत्कारयोग पंजाबियों में बेनती करना चाहते कि मेरे घर कोई पैसा आया हो तो मैं तुहानूं देणदार, मैं किते पैसा लिया हो तो मैं देणदार है। मैनू बिना मतलब के किसी के पैसे जिहड़ा घसीट रहे हैं ये बिल्कुल फेयर नहीं है, ये बिल्कुल सही नहीं है। इनू आदत है, इन्होंने आदत है दूसरे नू बदनाम करके इलैक्शन जित के जाण दी। पिछली बारी भी नहीं लोगों ने झेलिया, पहला इन्हें अपना नाम पूरा चलाया केजरीवाल केजरीवाल केजरीवाल, जब पंजाब च किते पैर नहीं लगे हूं घोड़ा बदल गया। इस करके राज यही बाहरों आके करना चाहता, धीआं भैणां तक चले गए, बदनाम करने तक चले गए। मैनू काहदे वास्ते घड़ीस रहा है? पैसे किसी ने फड़े, किसी दे फड़े 10 जगह पंजाब दे विच रेड हुई, मैनू काहदे वास्ते लिंक कर रहा? जे मेरे तो पैसे फड़े होंदे तो ईडी मैनू चकदी, मेरे घर रेड करदी, मैनू गल्लां करदी, मेरे नाल हुंदी, मेरे पर हुंदी गल। इहदे भतीजे ते होया, इहदे कहंदा जी मेरे तो 11 मफलर बने, तेरे भतीजे ते 130 करोड़ दा है या किन्ने करोड़ दा है, किन्ना पैसा मिलिया ਉਹਦਾ ਹਿਸਾਬ ਫਿਰ मैं ਮੰਗਾਂਗਾ, ਇਹ क्या मतलब? लेकिन मैं अपनी पार्टी ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਪਰਮਿਸ਼ਨ ਦਿਓ, मैं ਇਹਦੇ ਤੇ ਮਾਨਹਾਨੀ ਦਾ ਦਾਅਵਾ ਕਰਨਾ, ਮੈਨੂੰ ਮਜਬੂਰਨ ਕਰਨਾ ਪੈ ਰਿਹਾ। मैं ਪਹਿਲਾਂ ਨਹੀਂ ਮਾਨਹਾਨੀ ਦਾ ਕਰਿਆ, ਇਹਨੇ ਮੇਰੀ ਧੀਆਂ ਭੈਣਾਂ ਵਾਸਤੇ ਵੀ ਕਹਿ ਲਿਆ।
ਮੈਂ ਜਦ ਨਹੀਂ ਬੋਲਿਆ। ਹੁਣ ਇਹ ਮੈਨੂੰ ਬੇਈਮਾਨ ਦੱਸ ਰਿਹਾ, ਸਿੱਧਾ ਲਿਖਿਆ ਇਹਨੇ ਆਪਣੀ ਫੇਸਬੁੱਕ ਤੇ ਕਿ ਜੀ ਇਹ ਬੇਈਮਾਨ ਬੰਦਾ ਹੈ। ਇਹ ਆਮ ਆਦਮੀ ਨਹੀਂ, ਇਹ ਬੇਈਮਾਨ ਹੈ। ਕਿੰਨਾ ਕੁ ਚੱਲੇਗਾ, ਕਿਸ ਤਰੀਕੇ ਨਾਲ ਕਰਨਗੇ? ਇਸ ਲਈ ਆਪਣੇ ਫਰਾਡ, ਮੇਰੀ ਗੱਲ ਸੁਣੋ, ਮੈਂ ਜਦ ਤੱਕ ਮੁੱਖ ਮੰਤਰੀ ਦਾ ਕੋਡ ਨਹੀਂ ਸੀ ਲੱਗਿਆ, ਮੇਰੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਹੋਏ ਸੀ। ਉਹ ਪੰਜਾਬ सरकार को सोर्सेज बता रहे हैं आपकी पार्टी में कि पहले कलेक्टिव लीडरशिप की रणनीति थी, लेकिन अब पार्टी में अंदर खाने ये विचार हो रहा है कि एक चेहरे को आगे किया जाए और आपके नाम पर ही विचार हो रहा है। तो इस स्ट्रेटजी पे कुछ बताएंगे, क्या अंदर खाने चल रहा है? आप ज़्यादा जानते होंगे मेरी पार्टी नहीं को। नहीं, मैं तो आपसे पूछ रहा हूँ। ਉਹ ਕੇਜਰੀਵਾਲ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਕ ਪੰਜਾਬੀ ਦਾ ਗੀਤ ਹੈ, ਭਗਵੰਤ ਮਾਨ ਕੋਲ ਖੜ ਕੇ ਉਹਨੂੰ ਯਾਦ ਆ ਗਿਆ ਹੋਣਾ, ਜੇ ਉਹਨੂੰ ਆਉਂਦਾ ਨਹੀਂ, ਪਰ ਕਹਿੰਦਾ ਲਿਆ ਮੈਂ ਤੇਰੇ ਕੇਸ ਬੰਨ੍ਹਦੇ ਆ, ਮੇਰੇ ਨਿੱਤ ਤੇ ਸ਼ਰਾਬੀ ਆ ਯਾਰ। ਬੰਨੀ ਜਾ ਭਗਵੰਤ ਮਾਨ ਦੇ ਕੇਸ। ਥੈਂਕ ਯੂ ਜੀ, ਥੈਂਕ ਯੂ।